वीर जी कलवान साहब। बोले सोने बोले सोने हाँ कुर्सी पर बोले सोने माता है बोले सोनहाल बोले सोनहाल बोले सोनहाल श्री अकाल सोनहाल इत्थे बड़ा जन्म पलिया आया छोटा काली ਕਾਰਨ ਜੋ ਸਾਡੇ ਤੇ ਜ਼ੁਲਮ ਹੋ ਰਿਹਾ ਜੀ, ਕਿਸਾਨਾਂ ਤੇ ਜ਼ੁਲਮ ਹੋ ਰਿਹਾ, ਸਾਡੀ ਸੱਭਿਆਚਾਰਕ ਹੋਂਦ ਨੂੰ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਆ। ਸਾਡੇ ਕਿਸਾਨੀ ਜਿਹੜੀ ਪੰਜਾਬ 'ਚ ਇੱਕੋ ਇੱਕ ਸਾਡੇ ਕੋਲੇ ਜ਼ਮੀਨਾਂ ਦੇ ਨਾਲ ਤਾਂ ਹੋਰ ਤਾਂ ਕੁਝ ਹੈ ਹੀ ਨਹੀਂ, ਸਾਡੀ ਕਿਸਾਨੀ ਤੇ ਵੀ ਗਲਬਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਸੇ ਖਾਤਰ ਅੱਜ ਇਹ ਘਰਿੰਡੇ ਪਿੰਡ ਅਸੀਂ ਇਕੱਠੇ ਹੋਏ ਆ ਵੀ ਆਪਦੇ ਸੰਘਰਸ਼ ਨੂੰ ਇੱਕ ਤਾਂ ਹੋਰ ਤੇਜ਼ ਕਰੀਏ, ਲਾਮਬੰਦੀ ਵੱਡੀ ਕਰੀਏ ਤੇ ਸਾਡੀ ਸੰਗਤ ਨੂੰ ਆ ਕੇ ਇੱਥੇ ਬੇਨਤੀ ਕਰੀਏ ਵੀ ਆਪਦਾ ਯੋਗਦਾਨ ਪਾਓ ਜੀ। ਹਜੇ ਸੰਘਰਸ਼ ਜਿਉਂਦੀ ਤਿਉਂ ਆ, ਸਾਡੇ ਲਈ ਸੰਘਰਸ਼ ਜਿੱਤਣਾ ਬੜਾ ਜ਼ਰੂਰੀ ਆ, ਸਾਡੀ ਹੋਂਦ ਦੀ ਲੜਾਈ ਆ ਇਹ। ਸਰ ਇੱਕ ਦੀਪ ਸਿੱਧੂ ਵੱਲੋਂ ਇਹ ਕਿਹਾ ਗਿਆ ਵੀ ਸਾਨੂੰ ਕਾਲੇ ਕਾਨੂੰਨਾਂ ਦੀ ਕੋਈ ਫਿਕਰ ਨਹੀਂ ਹੈ, ਜਿਹੜੀ ਵੀ ਢਾਂਚਾ ਜਿਹੜਾ ਬਦਲਣਾ ਚਾਹੀਦਾ ਉਹਦਾ ਕੀ ਕਾਰਨ ਹੈ? ਨਹੀਂ ਜੀ, ਫਿਕਰ ਇਹ ਨਹੀਂ ਕਿਹਾ, ਕੋਈ ਫਿਕਰ ਨਹੀਂ ਹੈ। ਗੱਲ ਇਹ ਕਹੀ ਗਈ ਆ ਵੀ ਕਾਲੇ ਕਾਨੂੰਨ ਜਿਹੜੇ ਢਾਂਚੇ 'ਚੋਂ ਨਿਕਲਣੇ ਆ ਜਾਂ ਜਿਹੜੇ ਢਾਂਚੇ 'ਚੋਂ ਇਹ ਕਾਲੇ ਕਾਨੂੰਨ ਨਿਕਲੇ ਆ, ਸਾਨੂੰ ਉਸ ਢਾਂਚੇ ਨੂੰ ਬਦਲਣਾ ਪਊਗਾ। ਜੇ ਸਾਨੂੰ ਪਰਮਾਨੈਂਟ ਸੋਲਿਊਸ਼ਨ ਚਾਹੀਦਾ ਤਾਂ ਉਸ ਪਾਸੇ ਵਧਣਾ ਪਊਗਾ। ਇਹ ਤਾਂ ਇੱਕ 3 ਕਾਲੇ ਕਾਨੂੰਨਾਂ ਦੀ ਲੜਾਈ ਅਸੀਂ ਲੜੀ ਜਾਂਦੇ ਆ, ਪਰ ਲੜਾਈ ਸਾਡੀ ਇਦੋਂ ਵੱਡੀ ਆ। ਸਰ ਇੱਕ ਜੁਗਰਾਜ ਸਿੰਘ ਸ਼ਹੀਦ ਹੋਇਆ, ਉਹਦੇ ਬਾਰੇ ਕੀ ਮਤਲਬ ਕਿ ਇਹਨਾਂ ਨੂੰ ਸਹੂਲਤ ਕੋਈ ਦਿੱਤੀ ਹੈ ਸਰਕਾਰ ਨੇ ਜਾਂ ਕੁਝ? ਨਹੀਂ ਜੀ, ਇਹ ਸਹੂਲਤ ਤਾਂ ਹੁਣ ਦੇਖੋ, ਇਹਨਾਂ ਨੇ ਸਾਨੂੰ ਕੀ ਸਹੂਲਤਾਂ ਦੇਣੀਆਂ, ਪਹਿਲਾਂ ਵੀ ਕੀ ਦੇਤੀਆਂ। ਸਾਡੇ ਕਿੰਨੇ ਸਿੰਘ ਸ਼ਹੀਦ ਹੋਏ ਆ, ਕੋਈ ਸਹੂਲਤ ਮਿਲੀ? ਤੋ ਇਸ ਕਰਕੇ ਸਰਕਾਰਾਂ ਦੀ ਸਹੂਲਤਾਂ ਤੇ ਡਿਪੈਂਡ ਕਰਨਾ ਬੰਦ ਕਰ ਦਈਏ। ਸਾਨੂੰ ਆਤਮ ਨਿਰਭਰ ਹੋਣਾ ਪਊਗਾ, ਇਹਨਾਂ ਪਰਿਵਾਰਾਂ ਨੂੰ ਵੀ ਸਾਨੂੰ ਹੀ ਸਾਂਭਣਾ ਪਊਗਾ। ਸਰਕਾਰਾਂ ਨੇ ਅੱਜ ਤੱਕ ਨਾ ਕੁਝ ਦਿੱਤਾ ਤੇ ਨਾ ਦੇਣਾ। ਸੋ ਇਸ ਗੱਲ ਤੇ ਅਸੀਂ ਮੇਰੇ ਖਿਆਲ ਕਲੀਅਰ ਹੋ ਜਾਈਏ ਵੀ ਉਹ ਸਰਕਾਰ ਸਿਰਫ ਇੱਥੇ ਵੋਟਾਂ ਲੈਣ ਆਉਂਦੇ ਆ ਸਾਡੇ ਤੋਂ। ਸਾਨੂੰ ਅੱਜ ਤੱਕ ਸਾਡੇ ਕੋਈ ਮਸਲੇ ਨਹੀਂ ਉਹਨਾਂ ਨੇ ਉਜਾਗਰ ਕੀਤੇ, ਕੋਈ ਹੱਲ ਨਹੀਂ ਦਿੱਤਾ ਤੇ ਨਾ ਹੀ ਗਾਂਹ ਦੇਣਾ। ਸਰ ਜੀ ਮਤਲਬ ਸ਼ਹੀਦੀ ਯਾਦਗਾਰੀ ਦੀ ਕੋਈ ਬਣਾਈ ਜਾਵੇਗੀ? ਨਹੀਂ ਜੀ, ਉਹ ਬਣਾਉਣੀ ਚਾਹੀਦੀ ਆ। ਨਗਰ ਸਾਡੇ ਨਿਵਾਸੀਆਂ ਨੂੰ ਇਸ ਲਈ ਇਕੱਠਾ ਹੋਣਾ ਚਾਹੀਦਾ ਤੇ ਇਸੇ ਕਰਕੇ ਇਹ ਪਿੰਡ ਦੀ ਪੰਚਾਇਤ ਤੇ ਦੀ ਵੀ ਡਿਊਟੀ ਬਣਦੀ ਆ ਵੀ ਕੋਈ ਨਾ ਕੋਈ ਯਾਦਗਾਰ ਬਣਾਈ ਜਾਵੇ। ਕਿਉਂਕਿ ਜੇ ਅਸੀਂ ਆਪਦੇ ਸ਼ਹੀਦਾਂ ਨੂੰ, ਉਹਨਾਂ ਦੀਆਂ ਯਾਦਗਾਰਾਂ ਜਾਂ ਉਹਨਾਂ ਸ਼ਹੀਦਾਂ ਨੂੰ ਐਸਟੈਬਲਿਸ਼ ਕਰਾਂਗੇ, ਉਹਨਾਂ ਦੀ ਗੱਲ ਕਰਾਂਗੇ ਤੇ ਆਉਣ ਵਾਲੀਆਂ ਨਸਲਾਂ ਨੇ ਇਹਨਾਂ ਗੱਲਾਂ ਤੋਂ ਹੀ ਸਿੱਖਣਾ ਹੁੰਦਾ। ਸਰ ਕਿਸਾਨਾਂ ਦੇ ਉੱਤੇ ਫਿਰ ਤੋਂ ਮੋਦੀ ਦਾ ਜਿਹੜਾ ਹਮਲਾ ਹੋਇਆ, ਇਸ ਬਾਰੇ ਕੀ ਕਹਿਣਾ? ਇਹ ਤਾਂ ਜੀ ਦੇਖੋ, ਸਾਡੇ ਸਾਹਮਣੇ ਪ੍ਰਤੱਖ ਆ ਵੀ ਉਹ ਕਿੰਨੇ ਨਿਰਦਈ ਤੇ ਜ਼ਾਲਮ ਆ। ਸਾਲ ਤੋਂ ਉੱਤੇ ਹੋ ਗਿਆ, ਕਿਸਾਨ ਉੱਥੇ ਕਿੰਨੀਆਂ ਸਾਡੇ ਜਾਨਾਂ ਗਵਾ ਗਏ, ਹਨਾ। ਨਵਰੀਤ ਸਾਡਾ ਸ਼ਹੀਦ ਹੋਇਆ, ਹਨਾ। ਪਰ ਇਹਨਾਂ ਦੇ ਕੋਈ ਫਰਕ ਪਿਆ? ਕਿਸੇ ਤਰ੍ਹਾਂ ਦਾ ਵੀ ਫਰਕ, ਇਨਸਾਨੀ ਤੌਰ ਤੇ ਹੀ ਫਰਕ ਪੈ ਸਕਦਾ ਹੋਵੇ? ਨਹੀਂ। ਸੋ ਪਿੱਛੇ ਹੋ ਕੇ ਬੜਾ ਜਾ ਯਾਰ, ਬੰਦ ਕਰ ਦੋ ਲਾਊਡ ਸਪੀਕਰ, ਬੰਦ ਕਰ ਦੋ। ਜੀ ਕੀ ਫਤਿਹ ਜੀ। ਅੱਜ ਦਾ ਪ੍ਰੋਗਰਾਮ ਜੀ ਸਾਡੇ ਘਰਿੰਡਾ ਜਗਰਾਜ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਸੀ ਵੀ ਆਪਾਂ ਆਪਦੇ ਨਾ ਸ਼ਹੀਦਾਂ ਨੂੰ ਯਾਦ ਰੱਖ ਕੇ, ਆਪਣਾ ਪਿਛਲਾ ਇਤਿਹਾਸ ਯਾਦ ਰੱਖ ਕੇ ਹੀ ਕੁਛ ਅੱਗੇ ਕੁਛ ਕਰ ਸਕਦੇ ਹਾਂ। ਸਾਡਾ ਅੱਜ ਦਾ ਮਕਸਦ ਵੀ ਆਉਣ ਵਾਲੇ ਨੌਜਵਾਨਾਂ 'ਚ ਰੂਹ ਫੂਕੀ ਜਾਵੇ, ਜਿਹੜੇ ਨਸ਼ਿਆਂ 'ਚ ਬਰਬਾਦ ਹੋ ਰਹੇ ਆ। ਇਹ ਅਸੀਂ ਆਪਣੀ ਹੋਂਦ ਹੀ ਭੁੱਲਦੇ ਜਾਂਦੇ ਹਾਂ। ਜੋ ਦੀਪ ਸਿੱਧੂ ਨੇ ਵੀ ਦੱਸਿਆ ਬਾਈ ਨੇ ਵੀ ਆਪਾਂ ਨੂੰ ਉੱਠਣ ਦੀ ਲੋੜ ਆ। ਇੰਨੇ ਪਿਆਰ ਨਾਲ ਕੋਈ ਸਰਕਾਰਾਂ ਮੰਨਣ ਵਾਲੀਆਂ ਨਹੀਂ। ਜਿੱਦਾਂ ਸਾਡੇ ਸ਼ਾਂਤਮਈ ਬੈਠੇ ਸੀ, ਉਹਨਾਂ 'ਤੇ ਲਾਠੀਚਾਰਜ ਹੋਇਆ,
ਮਤਲਬ ਪੱਗਾਂ ਨਾਲ ਪੱਗਾਂ ਲੜਾਈਆਂ ਜਾ ਰਹੀਆਂ। ਕੋਈ ਕਾਲੀ ਕਾਂਗਰਸੀ ਦੇ ਨਾਂ ਤੇ ਲੜਦਾ, ਕੋਈ ਆਪ ਦੇ ਨਾਂ ਤੇ ਲੜਦਾ। ਸਿਰਫ ਆਪਣਾ ਪੇਂਡੂ ਲੋਕ, ਸਾਡੇ ਵਰਗੇ ਭੋਲੇ ਭਾਲੇ ਲੋਕ ਲੜ ਰਹੇ ਆ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕੋਈ ਨਿੱਕੇ ਨਿੱਕੇ ਲਾਲਚ ਦੇ ਕੇ ਕੋਈ ਵੈਸੇ ਹੀ ਕਿਸੇ ਨਾਲ ਜੁੜ ਜਾਂਦਾ ਜੀ, ਮੈਂ ਉਹਦੇ ਨਾਲ, ਉਹਨੇ ਮੈਨੂੰ ਕਹਿ ਤਾ ਮੈਂ ਚਲੇ ਗਿਆ। ਇਹ ਰੈਲੀਆਂ 'ਚ ਇਦਾਂ ਇਕੱਠ ਭਰ ਰਿਹਾ, ਪਰ ਕੋਈ ਸਾਨੂੰ ਕਿਸੇ ਪਾਰਟੀ ਨੇ ਇਨਸਾਫ ਨਹੀਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਪਿੰਡ ਘਰਿੰਡੇ ਦੇ ਵਿੱਚ ਕਿਸਾਨ ਮੇਲਾ ਲੱਗਾ ਆ, ਜੋ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ ਕਿਸਾਨਾਂ ਵਾਸਤੇ, ਕਾਲੇ ਕਾਨੂੰਨਾਂ ਦੇ ਖਿਲਾਫ ਜੋ ਇਹ ਲਹਿਰ ਚਲਾਈ ਜਾ ਰਹੀ ਆ ਵੀ ਹਰ ਮਤਲਬ ਇਸ ਮੋਰਚੇ ਦੇ ਵਿੱਚ ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਇੱਕੇ ਝੰਡੇ ਥੱਲੇ ਸਾਰੇ ਇਕੱਠੇ ਹੋ ਜਾਓ, ਫਿਰ ਆਪਣਾ ਮਸਲਾ ਹੱਲ ਹੋਣਾ। ਜੋ ਇਹ ਜਿਹੜਾ ਪੰਜਾਬ ਸਰਕਾਰਾਂ ਨੇ ਦੱਬਿਆ, ਅਕਾਲੀਆਂ ਨੇ, ਕਾਂਗਰਸ ਨੇ, ਬੀਜੇਪੀ ਵਾਲਿਆਂ ਨੂੰ, ਕਿ ਦੇ ਆਪਾਂ ਇਹਨਾਂ ਤੋਂ ਕੱਢਣਾ ਪੰਜਾਬ ਨੂੰ ਤੇ ਸਾਰੇ ਇੱਕੇ ਝੰਡੇ ਥੱਲੇ ਇਕੱਠੇ ਹੋ, ਸਾਡਾ ਇਹੀ ਸੰਦੇਸ਼ ਆ। ਪਰ ਪ੍ਰਧਾਨ ਜੀ ਦੀਪ ਸਿੱਧੂ ਦਾ ਵੀ ਇਹੋ ਪ੍ਰਚਾਰ ਹੀ ਉਹ ਉਹਨਾਂ ਦੇ ਵੇਖੋ ਜੀ, ਉਹ ਉਹਨਾਂ ਦੇ ਆਪਣੇ ਜਿਹੜੇ ਕੋਈ ਜਿਹੜਾ ਅਸਲ ਕਿਸਾਨ ਹੈ ਨਾ, ਉਹਨਾਂ ਦੀ ਰੈਲੀ ਦੇ ਵਿੱਚ ਨਹੀਂ ਜਾਂਦਾ। ਉਹਨਾਂ ਦੇ ਆਪਣੇ ਕੋਈ ਰਿਸ਼ਤੇਦਾਰ ਇਕੱਠੇ ਕੀਤੇ ਹੁੰਦੇ, ਗਾਂ ਦੀ ਗਾਂ ਇੱਧਰ ਉੱਧਰ ਆ ਗਏ, ਇੱਧਰ ਉੱਧਰ ਇਸ ਤਰ੍ਹਾਂ ਚੱਲਦੇ ਆ। ਜਿਹੜਾ ਅਸਲ ਕਿਸਾਨ ਆ ਉਹ ਉਹਨਾਂ ਦੀ ਨਾ ਅਕਾਲੀਆਂ ਦੀ ਰੈਲੀ ਦੇ ਵਿੱਚ ਜਾਂਦਾ, ਨਾ ਕਾਂਗਰਸ ਦੀ ਵਿੱਚ ਜਾਂਦਾ ਤੇ ਨਾ ਝਾੜੂ ਵਾਲਿਆਂ ਦੀ ਰੈਲੀ ਦੇ ਵਿੱਚ ਜਾਂਦਾ। ਕੱਲ ਕਰਨਾਲ ਦੇ ਵਿੱਚ ਕਿਸਾਨਾਂ ਦੇ ਉੱਤੇ ਬੜਾ ਭਿਆਨਕ ਲਾਠੀਚਾਰਜ ਕੀਤਾ ਗਿਆ, ਜਿਹਦੇ ਵਿੱਚ ਕਈ ਕਿਸਾਨਾਂ ਦੇ ਭਿਆਨਕ ਸੱਟਾਂ ਵੀ ਲੱਗੀਆਂ, ਡੂੰਘੀਆਂ ਸੱਟਾਂ ਵੀ ਲੱਗੀਆਂ। ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਉਹ ਵੇਖੋ ਜੀ, ਜਿਹੜਾ ਐਸਡੀਐਮ ਨੇ ਕਰਾਇਆ ਉਹ ਬੜਾ ਮਾੜਾ ਕਰਾਇਆ ਉਹਨਾਂ ਦੇ, ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਆ ਵੀ ਇਹ ਵੇਖੋ ਆਪਣੇ ਵਾਸਤੇ ਕੋਈ ਵੀ ਰੈਲੀ ਕਰ ਸਕਦਾ। ਇਸ ਸੰਵਿਧਾਨ ਦੇ ਮੁਤਾਬਕ ਉਹ ਲਾਠੀਚਾਰਜ ਉਹਨਾਂ ਦੇ ਬਣਤਾ ਨਹੀਂ, ਜਿਹੜਾ ਉਹਨਾਂ ਦੇ ਲਾਠੀਚਾਰਜ ਕੀਤਾ ਸ਼ਾਂਤਮਈ ਦੇ ਨਾਲ, ਕੋਈ ਵੀ ਕਰ ਸਕਦਾ ਹੈ, ਪਰ ਉਹਦੀ ਅਸੀਂ ਨੰਗਣਾ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲਾਠੀਚਾਰਜ ਆ ਨਾ, ਇਹਨਾਂ ਨੂੰ ਭੁਗਤਣੇ ਪੈਣਗੇ। ਚੋਣਾਂ ਆ ਗਈਆਂ ਖੜਿਆ, ਅਸੀਂ ਜਿੱਧਰ ਸਾਡੇ ਮੈਂਬਰਸ਼ਿਪ ਕਹਿਣਗੇ, ਸਾਡੇ ਕਿਸਾਨ, ਸਾਡੇ ਜਿਹੜੇ ਨੌਜਵਾਨ, ਸਾਡਾ ਯੂਥ ਹੈ ਉੱਧਰ ਜਾਊਗਾ। ਬਸ ਇਹੀ ਸੰਦੇਸ਼ ਹੈ। ਪਰ 1 ਸਾਲ ਦੇ ਲਗਭਗ ਸਮਾਂ ਜਿਹੜਾ ਹੋਣ ਨੂੰ ਆ ਰਿਹਾ ਵਾ ਕਿਸਾਨੀ ਸੰਘਰਸ਼ ਨੂੰ ਚੱਲਦਿਆਂ, ਪਰ ਕਿਸਾਨ ਦੇ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਤੱਕ ਨਹੀਂ ਸਰਕਦੀ ਪਈ। ਤੁਹਾਨੂੰ ਜਾਪਦਾ ਹੈ ਕਿ ਕਿਸਾਨੀ ਜਥੇਬੰਦੀਆਂ ਦਾ ਜਾਂ ਆਮ ਲੋਕਾਂ ਦਾ ਇਹਦੇ ਨਾਲ ਮਨੋਬਲ ਡਿੱਗਦਾ ਪਿਆ? ਦੇਖੋ ਜੀ, ਇੱਕ ਤਾਂ ਚੱਲ ਰਿਹਾ ਝੋਨੇ ਦਾ ਸੀਜ਼ਨ, ਇਹਦੇ ਵਿੱਚ ਲੋਕਾਂ ਦਾ ਘੱਟ ਬਹੁਤ ਟਾਈਮ ਲੱਗਦਾ, ਤੇ ਬਾਕੀ ਸਿਆਲ ਚੜ੍ਹਨ ਵਾਲਾ, ਉਹਦੇ ਨਾਲੋਂ ਜ਼ਿਆਦਾ ਇਕੱਠ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹਦੇ ਵਿੱਚ ਵੇਖੋ ਸਾਡੇ 700 ਦੇ ਲਾਗੇ ਬੰਨੇ ਜਿਹੜੀਆਂ ਸ਼ਹੀਦੀਆਂ ਹੋ ਗਈਆਂ ਤੇ ਸਾਡੇ ਪਰਿਵਾਰ ਦਾ ਮੈਂਬਰ ਵੀ ਜਗਰਾਜ ਸਿੰਘ ਘਰਿੰਡਾ ਸ਼ਹੀਦ ਹੋਇਆ, ਪਰ ਸਾਡੇ ਅਜੇ ਵੀ ਹੌਸਲੇ ਬੁਲੰਦ ਆ। ਅਸੀਂ ਵੇਖੋ ਆਪਣੀ ਕਾਨਫਰੰਸ ਕਰਾਈ ਘਰਿੰਡੇ ਪਿੰਡ ਦੇ ਵਿੱਚ, ਹੌਸਲੇ ਬੁਲੰਦ ਅਸੀਂ ਫਿਰ ਜਾਵਾਂਗੇ, ਦਿੱਲੀ ਨੂੰ ਕੂਚ ਕਰਾਂਗੇ। ਪਰ ਸਰਕਾਰ ਵੱਲੋਂ ਜਿਹੜੀਆਂ ਨੇ, ਅਕਾਲੀ ਪਾਰਟੀ ਹੋ ਗਈ, ਚਾਹੇ ਕਾਂਗਰਸ ਪਾਰਟੀ ਹੋ ਗਈ, ਚਾਹੇ ਆਮ ਪਾਰਟੀ ਹੋ ਗਈ, ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਥੋੜ੍ਹੀਆਂ ਬਹੁਤੀਆਂ ਕੋਈ ਸਹੂਲਤਾਂ ਜਿਹੜੀਆਂ ਹਰ ਪਾਰਟੀ ਅਨਾਉਂਸ ਕਰਦੀ ਪਈ ਆ, ਕਿ ਤੁਹਾਨੂੰ ਜਾਪਦਾ ਨਾ ਕਿ ਉਹਨਾਂ ਪਾਰਟੀਆਂ ਦੇ ਮਗਰ ਸਾਡੇ ਜਿਹੜੇ ਕੁਝ ਕਿਸਾਨ ਭਰਾ ਜਿਹੜੇ ਭੋਲੇ ਨੇ, ਇਹਨਾਂ ਸਹੂਲਤਾਂ ਨੂੰ ਵੇਖਦੇ ਉਹਨਾਂ ਵੱਲ ਫਿਰ ਨੂੰ ਕੂਚ ਕਰਨੇ ਕਿ ਜਾਂ ਉਹਨਾਂ ਵੱਲ ਝੁਕਾਅ ਜ਼ਿਆਦਾ ਹੋਏਗਾ ਉਹਨਾਂ ਦਾ? ਦੇਖੋ ਜੀ, ਕੱਲ ਇਹਨਾਂ ਨੇ ਕੱਢੀ ਆ ਰੈਲੀ ਬਾਦਲ ਸਾਹਿਬ ਨੇ, 8000 ਇਕੱਠ ਸੀ, ਇਹਦਾ ਮਤਲਬ ਵੀ 8000 ਉਹਦੇ ਮਗਰੋਂ ਵੋਟ ਨਹੀਂ ਹੈਗੀ। ਜਾਨੂੰ ਸਾਰੇ ਲੋਕ ਜਾਂਦੇ ਆ, ਪਰ ਜਿੱਥੇ ਲੋਕਾਂ ਦਾ ਮਨ ਟਿਕਿਆ ਕਿਸਾਨਾਂ ਦੇ ਨਾਲ, ਉਹ ਕਿਸਾਨਾਂ ਨਾਲ ਹੀ ਟਿਕਿਆ। ਨਾ ਤੇ ਕਾਂਗਰਸ ਨੂੰ ਵੋਟ ਪੈਣੀ, ਨਾ ਅਕਾਲੀਆਂ ਨੂੰ ਪੈਣੀ ਹੈ। ਤੇ ਵੇਖੋ ਹੁਣ ਆਏ ਆਪਣੇ ਕੇਜਰੀਵਾਲ ਸਾਹਿਬ, ਉਹ ਕਿੱਥੋਂ ਦੇ ਆਏ? ਜਦੋਂ ਅੰਦੋਲਨ ਚੱਲਿਆ ਸੀ, ਉਹ ਅੰਨੇ ਹਜ਼ਾਰੇ ਦੇ ਨਾਲ ਉਹ ਰਹੇ ਆ, ਤੇ ਇਹਦੇ ਕਰਕੇ ਉਹ ਥੋੜ੍ਹਾ ਜਿਹਾ ਉੱਥੋਂ ਦੇ ਮੁੱਖ ਮੰਤਰੀ ਬਣ ਗਏ ਆ, ਤੇ ਹੁਣ ਚਾਹੁੰਦੇ ਵੀ ਇੱਥੋਂ ਦੇ ਮਤਲਬ ਸਾਡੇ ਮੁੱਖ ਮੰਤਰੀ ਬਣਨ ਆਪਣੇ ਮਾਨ ਸਾਹਿਬ। ਤੇ ਲੇਕਿਨ ਇਹ ਵੇਖੋ ਜਿਹੜਾ ਰੁਝਾਨ ਹੈਗਾ ਕਿਸਾਨਾਂ ਦਾ, ਅੱਜ ਵੇਖੋ ਇਹ ਵਿਰੋਧ ਕਰ ਰਹੇ ਇਸ ਚੀਜ਼ ਦਾ। ਸਾਡੇ ਏਰੀਏ ਦੇ ਵਿੱਚ ਵੀ ਵੇਖੋ ਐਮਐਲਏ ਫਿਰਦੇ, ਪਰ ਸਾਡੇ ਜ਼ੋਰ ਇੱਧਰ ਮਾਝੇ ਦੇ ਵਿੱਚ ਉਹ ਵੀ ਪੂਰੇ ਕਾਮਯਾਬ ਚੱਲ ਰਹੇ ਸਨ। ਅੱਜ ਉਹਨਾਂ ਰੈਲੀ ਦੇ ਵਿੱਚ ਕਿਹੜੇ ਲੋਕ ਨੇ ਜਿਹੜੀਆਂ ਰੈਲੀਆਂ ਫੁੱਲ ਭਰੀਆਂ ਨੇ, ਉਹ ਸਾਡੇ ਵਿੱਚੋਂ ਲੋਕ ਜਾ ਰਹੇ ਨੇ? ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਦੇਖੋ, ਮੈਂ ਗੱਲ ਇਹ ਕਰਾਂਗਾ, ਲੋਕ ਹਰ ਤਰ੍ਹਾਂ ਦੇ ਸਾਡੇ ਵਿੱਚ ਹੋਣਗੇ, ਹਰ ਬੰਦਾ ਇੱਕੋ ਸਮੇਂ ਜਾਗ ਨਹੀਂ ਸਕਦਾ। ਜਿਹੜੀਆਂ ਜ਼ਮੀਰਾਂ ਜਾਗਦੀਆਂ ਉਹਨਾਂ ਦੇ ਕੋਈ ਨਾ ਕੋਈ ਗੁਰੂ ਮਹਾਰਾਜ ਦੀ ਬਖਸ਼ ਹੁੰਦੀ ਹੈ ਤੇ ਉਹਨਾਂ ਦੀ ਜ਼ਮੀਰ ਜਾਗ ਜਾਂਦੀ। ਅਦਰਵਾਈਜ਼ 17 ਸਾਲਾਂ ਤੋਂ ਪੁਰਾਣਾ ਇੱਕ ਸਿਸਟਮ ਲਗਾਤਾਰ ਜਿਹੜਾ ਸਾਡੇ ਇੱਥੇ ਉਸਾਰੀ ਹੋ ਰਹੀ ਹੈ ਉਹਦੀ, ਤੇ ਉਹ ਸਦੀਵੀ ਹੋ ਰਿਹਾ, ਉਹਨੂੰ ਤੋੜਨਾ ਕੋਈ ਅਸੀਂ ਕਹੀਏ ਵੀ ਕੁਛ ਕੁ ਦਿਨਾਂ 'ਚ ਤੋੜ ਦਾਂਗੇ, ਇਹਦੇ ਤੇ ਟਾਈਮ ਲੱਗਦਾ ਹੁੰਦਾ। ਉਹਨਾਂ ਬੰਦਿਆਂ ਨੇ ਵੀ ਮੁੜ ਆਉਣਾ, ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਵੀ ਮੁੜ ਆਉਣਾ, ਪਰ ਲੋਕਾਂ ਨੂੰ ਜਿਉਂ-ਜਿਉਂ ਅਸੀਂ ਜਗਾਉਂਦੇ ਜਾਵਾਂਗੇ, ਅਸੀਂ ਆਪਦਾ ਕੰਮ ਕਰੀ ਜਾਈਏ। ਇਸ ਗੱਲ ਪਾਸੇ ਨਾ ਝਾਕੋ ਵੀ ਉਹਨਾਂ ਦੀਆਂ ਆਪਾਂ ਰੈਲੀਆਂ ਕਿਹੜੇ ਬੰਦੇ ਇਕੱਠੇ ਹੋ ਰਹੇ। ਹਾਂਜੀ, ਗੱਲ ਇਹ ਦੇਖੋ ਵੀ ਇੱਥੇ ਕੋਈ ਲੀਡਰ ਨਹੀਂ ਆਇਆ, ਫਿਰ ਵੀ ਆਪਾਂ ਇਕੱਠੇ ਹੋ ਗਏ, ਇਹ ਗੱਲ ਪਹਿਲਾਂ ਨਹੀਂ ਹੁੰਦੀ ਸੀ। ਸੋ ਗੱਲ ਇਸ ਪਾਸੇ ਨੂੰ ਤੋਰੀਏ, ਅਸੀਂ ਆਪਦਾ ਕੰਮ ਕਰੀ ਜਾਈਏ, ਬਾਕੀ ਮਹਾਰਾਜ 'ਚ ਭਰੋਸਾ ਰੱਖੋ। ਉਹ ਰੈਲੀਆਂ ਵੀ ਖਾਲੀ ਹੋ ਜਾਣਗੀਆਂ, ਲੋਕਾਂ ਨੇ ਸਹੀ ਪਾਸੇ ਵੀ ਤੁਰ ਪੈਣਾ। ਜਿੱਦੇ ਉਹਦੀ ਰਜ਼ਾ ਹੋਈ,
ਉਹਦੇ ਮੋੜਾ ਰਾਤੋਂ ਰਾਤ ਪੈ ਜਾਣਾ। ਇਹ ਗੱਲ ਸਿੱਧੂ ਸਾਹਿਬ ਇਹ ਗੱਲ ਹੈ ਜੋ ਅਸੀਂ ਮੁੱਦਾ ਉਠਾ ਰਹੇ ਹਾਂ ਉਹ ਵੱਧ ਅਧਿਕਾਰਾਂ ਦਾ ਉਠਾ ਰਹੇ ਹਾਂ, ਹਨਾ। ਉਹਨਾਂ ਦਾ ਕੰਮ ਆ ਵੀ ਇਹਨੂੰ ਕਿਸੇ ਹੋਰ ਪਾਸੇ ਧੱਕ ਕੇ ਤੇ ਸਾਡੇ 'ਚ ਆਪਸੀ ਮਤਭੇਦ ਪੈਦਾ ਕਰਨਾ। ਸੰਤਾਂ ਦਾ ਨਾਂ ਸੰਤ ਸੰਘਰਸ਼ੀ ਯੋਧੇ ਸੀ ਸਾਡੇ 20ਵੀਂ ਸਦੀ ਦੇ ਮਹਾਨ ਜਰਨੈਲ, ਉਹਨਾਂ ਨੇ ਵੀ ਵੱਧ ਅਧਿਕਾਰਾਂ ਦੀ ਲੜਾਈ ਲੜੀ ਹੈ, ਹਨਾ। ਉਹਨਾਂ ਨੇ ਉਸ ਵੇਲੇ ਜੋ ਹੱਕ ਹਕੂਕ ਤੇ ਸੱਚ ਤੇ ਪਹਿਰਾ ਦਿੱਤਾ, ਅਸੀਂ ਆਪਦੇ ਯੋਧਿਆਂ ਦੀ ਗੱਲ ਕਿਉਂ ਨਹੀਂ ਕਰ ਸਕਦੇ? ਤੁਸੀਂ ਇਹ ਦੇਖੋ ਕਿਸ ਤਰ੍ਹਾਂ ਜਿਹੜਾ ਸੰਤਾਂ ਦੀ ਗੱਲ ਕਰਦਾ ਉਹ ਮਾਈਂਡ 'ਚ ਕ੍ਰਿਮੀਨਲਾਈਜ਼ ਕਰਤਾ ਵੀ ਨਹੀਂ ਉਹਨਾਂ ਦੀ ਗੱਲ ਨਹੀਂ ਹੋ ਸਕਦੀ। ਤੁਸੀਂ 26 ਜਨਵਰੀ ਤੋਂ ਬਾਅਦ ਇਹ ਆਪਣੇ ਦੇ ਉੱਤੇ ਤਸ਼ੱਦਦ ਜੇ ਕਹਿ ਲਈਏ ਤੇ ਚੱਲ ਚੁੱਕੇ ਜੇ। 26 ਜਨਵਰੀ ਤੋਂ ਬਾਅਦ ਝੰਡਾ ਚੜਾਇਆ ਗਿਆ ਸੀ, ਉਸ ਨੂੰ ਵੀ ਖਾਲਿਸਤਾਨ ਨਾਲ ਹੀ ਜੋੜਿਆ ਗਿਆ ਸੀ। ਤੁਹਾਡਾ ਇੱਕ ਵੀਡੀਓ ਵੀ ਬੜਾ ਵਾਇਰਲ ਹੋਇਆ ਸੀ, ਤੁਸੀਂ ਆਪਣਿਆਂ ਦੇ ਨਾਲ ਵੀ ਉਸ ਵੀਡੀਓ ਦੇ ਵਿੱਚ ਗਿਲੇ ਕਰਦੇ ਨਜ਼ਰ ਸਾਫ਼ ਦਿਖਾਈ ਦਿੱਤੇ ਸੀ। ਤੁਸੀਂ ਕਹਿ ਸੀ ਕਿ ਮੇਰੇ ਆਪਣੇ ਵੀ ਅੱਜ ਮੇਰਾ ਸਾਥ ਨਹੀਂ ਦੇ ਰਹੇ, ਮੈਂ ਹਰਿਆਣੇ ਦੇ ਕੁਝ ਲੋਕਾਂ ਵਿੱਚ ਬੈਠਾ ਉਹ ਮੇਰਾ ਸਾਥ ਦੇ ਰਹੇ ਨੇ। ਮਤਲਬ ਤੁਹਾਨੂੰ ਨਹੀਂ ਬਾਈ ਗੱਲ ਕੀ ਹੈ? ਇਹ ਗੱਲ ਖਾਲਿਸਤਾਨ ਦੀ ਕਿਉਂ ਆਉਂਦੀ ਹੈ? ਅਸੀਂ ਤਾਂ ਕਹਿੰਦੇ ਆ ਸਾਡੇ ਤੋਂ ਵੱਡਾ ਦੇਸ਼ ਭਗਤ ਕੌਣ ਆ? ਸਾਨੂੰ ਤੁਸੀਂ ਗੁਲਾਮੀ 'ਚ ਨਾ ਰੱਖੋ। ਜੇ ਤੁਸੀਂ ਸਾਨੂੰ ਗੁਲਾਮੀ 'ਚ ਰੱਖੋਗੇ, ਸਾਨੂੰ ਅਧਿਕਾਰ ਹੀ ਕੁਛ ਨਹੀਂ ਦਿਓਗੇ, ਫਿਰ ਅਸੀਂ ਕਹਿੰਦੇ ਆ ਨਾ ਰੱਖੋ ਇਦੋਂ ਤਾਂ ਸਾਨੂੰ, ਹਨਾ। ਗੱਲ ਨੂੰ ਸਮਝੋ ਤਾਂ ਸਹੀ। ਤੁਸੀਂ ਇੱਕ ਗੱਲ ਬਾਰ-ਬਾਰ ਖਾਲਿਸਤਾਨ ਦੀ ਗੱਲ ਕਿਉਂ ਤੁਰਦੀ ਹੈ? ਅਸੀਂ ਦੇਸ਼ ਭਗਤੀ ਦੀ ਗੱਲ ਕਰਦੇ ਹਾਂ, ਪਰ ਆਪਦੇ ਕੌਮੀਅਤ ਨੂੰ ਲੈ ਕੇ ਦੇਸ਼ ਭਗਤੀ 'ਚ ਜਾਵਾਂਗੇ ਅਸੀਂ। ਤੁਸੀਂ ਕਹੋਗੇ ਕੌਮੀਅਤ ਨੂੰ ਛੱਡ ਕੇ ਤੁਸੀਂ ਦੇਸ਼ ਭਗਤ ਬਣੋ, ਨਹੀਂ ਬਣਿਆ ਜਾਣਾ ਸਾਡੇ ਤੋਂ। ਸੋ ਇਸ ਕਰਕੇ ਜੇ ਅਸੀਂ ਕੌਮੀਅਤ, ਇੱਥੇ ਤਾਂ ਡਾਈਵਰਸਿਟੀ ਹੈ ਨਾ। ਜੇ ਅਸੀਂ ਕਹਿੰਦੇ ਆ ਵੱਖ-ਵੱਖ ਤਰ੍ਹਾਂ ਦੀਆਂ ਕੌਮੀਅਤ ਨੇ ਮਿਲ ਕੇ ਇੱਕ ਯੂਨੀਅਨ ਆਫ ਇੰਡੀਆ ਬਣਾਈ ਹੈ, ਅਸੀਂ ਇਹ ਤੋਂ ਬਾਹਰ ਗੱਲ ਹੀ ਨਹੀਂ ਕਰ ਰਹੇ। ਅਸੀਂ ਕਹਿੰਦੇ ਨਹੀਂ ਸਾਨੂੰ ਵੱਖ ਕਰੋ, ਅਸੀਂ ਇਹ ਕਹਿੰਦੇ ਆ ਸਾਡੀ ਕੌਮੀਅਤ ਬਰਕਰਾਰ ਰਹੇ, ਸਾਨੂੰ ਸਾਡੇ ਅਧਿਕਾਰ ਦਿਓ, ਅਸੀਂ ਆਪਦੀ ਕਿਸਮਤ ਆਪ ਘੜੀਏ, ਅਸੀਂ ਖੁਦ ਮੁਖਤਿਆਰ ਹੋਈਏ ਤੇ ਅਸੀਂ ਦੇਸ਼ ਭਗਤ ਹਾਂ। ਕੋਈ ਗੱਲ ਹੀ ਨਹੀਂ ਹੈ ਜੀ। ਆਪਣੇ ਸਵਾਲ ਸਿੱਧੂ ਸਾਹਿਬ, ਪੰਜਾਬ ਦੀਆਂ 32 ਕਿਸਾਨ ਯੂਨੀਅਨ ਦਾ ਆਮ ਤੌਰ ਪਰ ਤੁਹਾਡੇ ਭਾਸ਼ਣ ਦੇ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਵਾ ਕਿ ਤੁਹਾਡਾ ਇਸ ਪਾਸੇ ਜ਼ਿਆਦਾ ਜ਼ੋਰ ਹੈ ਕਿ ਕਿਸਾਨਾਂ ਨੂੰ ਇੱਕ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਮੈਦਾਨ ਦੇ ਵਿੱਚ ਨਿਕਲਣਾ ਚਾਹੀਦਾ। ਕਿ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਉਸ ਕਿਸਾਨਾਂ ਦਾ ਜਿਹੜਾ ਸੰਵਿਧਾਨ ਹੈ ਉਹਦੇ ਉਲਟ ਪ੍ਰਚਾਰ ਕਰ ਰਹੇ ਹੋ। ਜੀ ਕੋਈ ਉਲਟ ਪ੍ਰਚਾਰ ਨਹੀਂ ਕਰ ਰਹੇ। ਇਹ ਮਸਲਾ ਹੀ ਪੋਲੀਟੀਕਲ ਹੈ, ਇਹਦੇ ਹੱਲ ਵੀ ਪੋਲੀਟੀਕਲ ਹੀ ਨਿਕਲਣੇ। ਜਦੋਂ ਤੱਕ ਤੁਸੀਂ ਪੋਲੀਟੀਕਲ ਸਟਰਕਚਰ 'ਚ ਆਪਦੀ ਸਪੇਸ ਨਹੀਂ ਪੈਦਾ ਕਰੋਗੇ, ਉਦੋਂ ਤੱਕ ਤੁਹਾਡੇ ਕੋਲੇ ਹੱਲ ਨਹੀਂ ਨਿਕਲਣੇ। ਉੱਥੇ ਵੀ ਅੰਸ਼ਕ ਹੱਲ ਨਿਕਲਣੇ ਆ। ਸੋ ਪੋਲੀਟੀਕਲ ਮਸਲਾ, ਸਮਾਜਿਕ ਮਸਲਾ, ਪੰਥਕ ਮਸਲਾ, ਇਹ ਸਾਰੀ ਜੁੜੀਆਂ ਹੋਈਆਂ ਗੱਲਾਂ, ਇਹਨੂੰ ਅਸੀਂ ਵੱਖ ਕਰਕੇ ਨਹੀਂ ਦੇਖ ਸਕਦੇ। ਬਸ ਬਾਈ ਜੀ ਲਾਸਟ ਸਵਾਲ ਸੀ। ਮਾਤਾ ਦਾ ਨੰਬਰ ਭੇਜ ਦਿਓ। ਬੀਬੀਆਂ ਜੁੜੀਆਂ ਬਾਈ ਜੀ, 1 ਮਿੰਟ ਦਾ। Please like, subscribe and share this channel GM7 News.